ਹੈਲੋ ਐਂਡ ਵੈਲਕਮ। ਸਵਾਗਤ ਹੈ ਤੁਹਾਡਾ ਸਾਰਿਆਂ ਦਾ ਇਸ ਪ੍ਰੋਗਰਾਮ ਦੇ ਵਿੱਚ ਜਿਸ ਦਾ ਨਾਮ ਹੈ ਕਨੈਕਟ ਸ਼ੀਸ਼ਾ। ਮੈਂ ਮਨਪ੍ਰੀਤ ਰੰਧਾਵਾ। ਸੁੰਦਰ ਸ਼ਾਮ ਅਰੋੜਾ ਸਾਬਕਾ ਕੈਬਨਿਟ ਮੰਤਰੀ, ਭਾਰਤੀ ਜਨਤਾ ਪਾਰਟੀ ਬੀਜੇਪੀ ਦੇ ਲੀਡਰ, ਕਰਪਸ਼ਨ ਦੇ ਚਾਰਜਸ ਦੇ ਅੰਦਰ ਸੀ। ਉਹ ਜੇਲ੍ਹ 'ਚ ਬੰਦ ਸੀ ਪਿਛਲੇ ਲਗਭਗ 6 ਮਹੀਨਿਆਂ ਤੋਂ ਵੀ ਵੱਧ ਸਮੇਂ ਤੋਂ। ਉਹਨਾਂ ਨੂੰ ਆਖਿਰਕਾਰ ਇੱਕ ਮੇਜਰ ਰਿਲੀਫ ਮਿਲੀ ਆ। ਉਹਨਾਂ ਨੂੰ ਅੰਤਰਿਮ ਜ਼ਮਾਨਤ ਮਿਲੀ ਆ, ਇੰਟਰਿਮ ਬੇਲ ਜਿਸ ਨੂੰ ਕਹਿ ਦਿੰਦੇ ਆ। ਇਸ ਤੋਂ ਪਹਿਲਾਂ ਵੀ ਉਹਨਾਂ ਦੀ ਰੈਗੂਲਰ ਬੇਲ ਹੋਈ ਸੀ, ਪਰ ਉਹ ਹੁਣ ਜੇਲ੍ਹ ਤੋਂ ਬਾਹਰ ਆ ਸਕਦੇ ਨੇ। ਭਾਰਤੀ ਜਨਤਾ ਪਾਰਟੀ ਨੇ ਆਖਿਰਕਾਰ ਆਪਣਾ ਜਲੰਧਰ ਲੋਕ ਸਭਾ ਚੋਣ ਦੇ ਲਈ, ਜਿਮਨੀ ਚੋਣ ਹੋ ਰਹੀ ਆ, ਉਸ ਲਈ ਆਪਣਾ ਕੈਂਡੀਡੇਟ ਐਲਾਨ ਦਿੱਤਾ ਤੇ ਹੁਣ ਲਗਭਗ ਸਾਰੀਆਂ ਮੇਜਰ ਪੋਲੀਟੀਕਲ ਪਾਰਟੀਆਂ ਨੇ ਆਪਣੇ ਕੈਂਡੀਡੇਟਸ ਦਾ ਐਲਾਨ ਕਰ ਦਿੱਤਾ। ਕਿਸ ਕੈਂਡੀਡੇਟ ਲਈ ਉੱਥੇ ਕਿੰਨੇ ਕੁ ਚਾਂਸਿਸ ਨੇ ਜਿੱਤਣ ਦੇ, ਇਸ ਕੌਂਸਟੀਚੁਐਂਸੀ ਦੀ ਕੀ ਬਣਤਰ ਆ, ਇਹਦਾ ਇਤਿਹਾਸ ਕੀ ਰਿਹਾ, ਇਹਦਾ ਪਿਛੋਕੜ ਕੀ ਰਿਹਾ, ਇਸ ਬਾਰੇ ਜਾਣਨ ਦੀ ਕੋਸ਼ਿਸ਼ ਕਰਾਂਗੇ। ਬਠਿੰਡਾ ਮਿਲਟਰੀ ਸਟੇਸ਼ਨ ਤੇ 4 ਜਵਾਨਾਂ ਦੀ, 4 ਫੌਜੀਆਂ ਦੀ ਭੇਦ ਭਰੇ ਹਾਲਾਤਾਂ ਦੇ ਵਿੱਚ 12 ਤਰੀਕ ਦੀ ਸਵੇਰ ਨੂੰ ਤੜਕੇ ਮੌਤ ਹੋ ਗਈ ਸੀ ਭੇਦ ਭਰੇ ਹਾਲਾਤਾਂ 'ਚ, ਔਰ 12 ਘੰਟੇ ਬਾਅਦ ਉਸੇ ਦਿਨ ਸ਼ਾਮ ਨੂੰ 4:30 ਵਜੇ ਇੱਕ ਹੋਰ ਮੌਤ ਹੋ ਜਾਂਦੀ ਆ। ਇਹ 5 ਮੌਤਾਂ ਜੋ ਉੱਥੇ ਹੋਈਆਂ ਨੇ ਔਰ ਬੜੇ ਰਹੱਸਮਈ, ਬੜੇ ਭੇਦ ਭਰੇ ਹਾਲਾਤਾਂ ਦੇ ਵਿੱਚ, ਇਸ ਬਾਰੇ ਵੀ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਹਜੇ ਤੱਕ ਕਿਸ ਕਿਸ ਤਰ੍ਹਾਂ ਦੀ ਜਾਣਕਾਰੀ ਮੁਹੱਈਆ ਕਰਵਾਈ ਗਈ ਆ। ਮੌਲਾਨਾ ਅਬੁਲ ਕਲਾਮ ਆਜ਼ਾਦ, ਭਾਰਤ ਦੇ ਪਹਿਲੇ ਐਜੂਕੇਸ਼ਨ ਮਿਨਿਸਟਰ, ਕਿਉਂ ਉਹਨਾਂ ਦਾ ਨਾਮ NCERT ਦੇ ਕਿਤਾਬਾਂ ਦੇ ਵਿੱਚੋਂ ਮਿਟਾਇਆ ਜਾ ਰਿਹਾ, ਉਸ ਬਾਰੇ ਵੀ ਜਾਣਨ ਦੀ ਕੋਸ਼ਿਸ਼ ਕਰਾਂਗੇ। ਤੇ ਸੁਪਰੀਮ ਕੋਰਟ ਨੇ ਅੱਜ ਸਾਬਕਾ IPL ਇੰਡੀਅਨ ਪ੍ਰੀਮੀਅਰ ਲੀਗ ਉਹਦੇ ਕਮਿਸ਼ਨਰ ਰਹੇ ਸੀ ਲਲਿਤ ਮੋਦੀ, ਅੱਜ ਕੱਲ੍ਹ ਭਾਰਤ ਤੋਂ ਬਾਹਰ ਆ, ਪਰ ਉਹਨਾਂ ਨੂੰ ਬਹੁਤ ਲੰਬੀ ਝਾੜ ਪਾਈ ਆ। ਕਿਹਾ ਕਿ ਮਾਫੀ ਮੰਗੋ, ਅਨਕੰਡੀਸ਼ਨਲ ਮਾਫੀ ਮੰਗੋ। ਕਿਉਂ ਮੰਗੋ, ਇਸ ਬਾਰੇ ਵੀ ਜਾਣਨ ਦੀ ਕੋਸ਼ਿਸ਼ ਕਰਾਂਗੇ। ਸੁੰਦਰ ਸ਼ਾਮ ਅਰੋੜਾ, ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਕਿ ਲਗਭਗ 6 ਮਹੀਨੇ ਤੋਂ ਵੀ ਵੱਧ ਦਾ ਸਮਾਂ ਹੋ ਗਿਆ ਜੇਲ੍ਹ 'ਚ ਅੰਦਰ ਨੇ, ਔਰ ਉਹਨਾਂ ਦੀ 15 ਅਕਤੂਬਰ ਨੂੰ ਗ੍ਰਿਫਤਾਰੀ ਹੋਈ ਸੀ, ਜਦੋਂ ਸਨ 2022 ਦੇ ਵਿੱਚ ਇੱਕ ਵਿਜੀਲੈਂਸ ਬਿਊਰੋ ਦੇ ਅਫਸਰ ਨੂੰ 50 ਲੱਖ ਰੁਪਏ ਕਥਿਤ ਤੌਰ ਤੇ ਦੇਣ ਦੇ ਉਹਨਾਂ ਤੇ ਦੋਸ਼ ਸੀ ਕਿ ਉਹਨਾਂ ਨੂੰ ਰਿਸ਼ਵਤ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ, ਜਿਨ੍ਹਾਂ ਦਾ ਨਾਮ AIG ਮਨਮੋਹਨ ਕੁਮਾਰ ਸ਼ਰਮਾ। ਮਨਮੋਹਨ ਕੁਮਾਰ ਸ਼ਰਮਾ ਨੂੰ 50 ਲੱਖ ਰੁਪਏ ਉਹ ਲੈ ਕੇ ਜਾਂਦੇ ਨੇ ਤੇ ਉਸੇ ਵਕਤ ਵਿਜੀਲੈਂਸ ਬਿਊਰੋ ਦਾ ਦਾਅਵਾ ਸੀ ਕਿ ਅਸੀਂ ਉਹਨਾਂ ਨੂੰ, ਯਾਨੀ ਕਿ ਸੁੰਦਰ ਸ਼ਾਮ ਅਰੋੜਾ ਨੂੰ ਰੰਗੇ ਹੱਥੀ ਫੜ ਲਿਆ। ਇਸ ਤੋਂ ਪਹਿਲਾਂ ਵੀ ਤੁਹਾਨੂੰ ਯਾਦ ਹੋਣਾ ਇੱਕ ਘਟਨਾ ਇਹ ਵੀ ਸੀ ਕਿ ਸੁੰਦਰ ਸ਼ਾਮ ਅਰੋੜਾ ਇਹਨਾਂ AIG ਮਨਮੋਹਨ ਕੁਮਾਰ ਸ਼ਰਮਾ ਦੇ ਘਰ ਵੀ ਜਾਂਦੇ ਨੇ ਤੇ ਉਹਨਾਂ ਨੂੰ 1 ਕਰੋੜ ਰੁਪਏ ਦੀ ਰਿਸ਼ਵਤ ਆਫਰ ਕਰਦੇ ਨੇ। ਇਹ ਇੱਕ ਤਰ੍ਹਾਂ ਦਾ ਇਲਜ਼ਾਮ ਸੀ ਵਿਜੀਲੈਂਸ ਬਿਊਰੋ ਦਾ। ਬਾਅਦ ਦੇ ਵਿੱਚ 50 ਲੱਖ ਉਹ ਕਹਿੰਦੇ ਪਹਿਲਾਂ ਦੇ ਦਾਂਗੇ, 50 ਲੱਖ ਤੁਹਾਨੂੰ ਬਾਅਦ 'ਚ ਦੇ ਦਾਂਗੇ, ਇਸ ਤਰ੍ਹਾਂ ਦੇ ਵੀ ਇਲਜ਼ਾਮ ਸੀ। ਰੰਗੇ ਹੱਥੀਂ ਫੜੇ ਗਏ ਸੀ। ਉਸ ਤੋਂ ਬਾਅਦ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ ਔਰ ਉਸ ਤੋਂ ਬਾਅਦ ਲਗਾਤਾਰ ਉਹ ਜੇਲ੍ਹ 'ਚ ਨੇ। ਲੇਕਿਨ ਪਿਛਲੇ ਦਿਨਾਂ ਦੇ ਵਿੱਚ ਉਹਨਾਂ ਦੀ ਜ਼ਮਾਨਤ ਹੋ ਗਈ ਸੀ ਔਰ ਜ਼ਮਾਨਤ ਜਿਹੜੀ ਹੋਈ ਸੀ ਉਹ 28 ਮਾਰਚ ਨੂੰ ਹੋ ਗਈ ਸੀ। ਰੈਗੂਲਰ ਬੇਲ ਜਸਟਿਸ ਰਾਜਮੋਹਨ ਸਿੰਘ ਦੀ ਕੋਰਟ ਸੀ, ਪੰਜਾਬ ਤੇ ਹਰਿਆਣਾ ਹਾਈ ਕੋਰਟ ਦੀ, ਉਸ ਦੇ ਵਿੱਚ ਉਹਨਾਂ ਦੀ ਜ਼ਮਾਨਤ ਹੋ ਜਾਂਦੀ ਹੈ। ਲੇਕਿਨ ਉਹ ਜੇਲ੍ਹ 'ਚੋਂ ਬਾਹਰ ਨਹੀਂ ਆ ਸਕਦੇ ਕਿਉਂਕਿ ਇੱਕ ਹੋਰ ਕੇਸ ਸੀ, ਔਰ ਹੋਰ ਕਿਹੜਾ ਕੇਸ ਸੀ? ਉਹ ਸੀ PSIEC ਦਾ, ਪੰਜਾਬ ਸਮਾਲ ਇੰਡਸਟਰੀਜ਼ ਐਂਡ ਐਕਸਪੋਰਟ ਕਾਰਪੋਰੇਸ਼ਨ। ਉਹਨਾਂ ਦੇ ਪਲਾਟਸ ਕਿਸ ਤਰ੍ਹਾਂ ਜਿਹੜੇ ਇੱਕ ਪ੍ਰਾਈਵੇਟ ਕੰਪਨੀ ਨੂੰ ਦੇ ਦਿੱਤੇ ਗਏ, ਇੱਕ ਰੀਅਲ ਏਸਟੇਟ ਦੀ ਕੰਪਨੀ ਨੂੰ ਦੇ ਦਿੱਤੇ ਗਏ, ਉਹਦੇ ਵਿੱਚ ਘਪਲਾ ਹੋਇਆ, ਇਸ ਤਰ੍ਹਾਂ ਦੇ ਦੋਸ਼ ਸੀ। ਔਰ ਇਹ ਕੇਸ ਸੁੰਦਰ ਸ਼ਾਮ ਅਰੋੜਾ ਤੇ ਇਸੇ ਸਾਲ 5 ਜਨਵਰੀ ਨੂੰ ਉਹਨਾਂ ਦੇ ਖਿਲਾਫ ਦਰਜ ਕੀਤਾ ਗਿਆ ਸੀ। ਇਕੱਲੇ ਸੁੰਦਰ ਸ਼ਾਮ ਅਰੋੜਾ ਨਹੀਂ ਸੀ, ਤੁਸੀਂ ਇਹ ਵੀ ਯਾਦ ਕਰੋ, ਨੀਲਮਾ ਇੱਕ IAS ਆਫਿਸਰ, ਇਸੇ ਮਹਿਕਮੇ ਦੇ PSIEC ਦੇ ਉਹ ਮੈਨੇਜਿੰਗ ਡਾਇਰੈਕਟਰ ਸੀ, ਉਹਨਾਂ ਤੇ ਵੀ, ਤੇ 10 ਹੋਰ ਅਫਸਰਾਂ ਤੇ PSIEC ਤੇ ਉਹਨਾਂ ਤੇ ਕੇਸ ਦਰਜ ਹੋਇਆ ਸੀ। ਇਹ ਮਾਮਲਾ ਚੱਲ ਰਿਹਾ ਸੀ। ਸੋ ਇਸ ਮਾਮਲੇ ਦੇ ਵਿੱਚ ਅੱਜ ਸੁੰਦਰ ਸ਼ਾਮ ਅਰੋੜਾ ਨੂੰ ਅੰਤਰਿਮ ਜ਼ਮਾਨਤ ਯਾਨੀ ਕਿ ਇੰਟਰਿਮ ਬੇਲ ਜਿਹੜੀ ਆ ਉਹ ਮਿਲ ਗਈ ਆ ਤੇ ਹੁਣ ਉਹ ਜੇਲ੍ਹ ਤੋਂ ਬਾਹਰ ਆ ਸਕਦੇ ਨੇ। ਇਹਦਾ ਥੋੜਾ ਜਿਹਾ ਮੈਂ ਤੁਹਾਨੂੰ ਇੱਕ ਹੋਰ ਵੀ ਚੀਜ਼ ਦੱਸਣਾ ਚਾਹੁੰਦਾ। ਦਰਅਸਲ ਸੁਪਰੀਮ ਕੋਰਟ ਦੇ ਵਿੱਚ ਇਹ ਮਾਮਲਾ ਸੀ। ਸੁਪਰੀਮ ਕੋਰਟ ਦੇ ਵਿੱਚ ਕੁਝ PSIC ਦੇ ਅਧਿਕਾਰੀ ਗਏ ਸੀ ਤੇ ਉਹਨਾਂ ਨੇ ਕਿਹਾ ਸੀ ਕਿ ਜ਼ਮਾਨਤ ਆ ਜਿਹੜੀ ਸਾਨੂੰ ਮਿਲਣੀ ਚਾਹੀਦੀ ਆ, ਔਰ ਸੁਪਰੀਮ ਕੋਰਟ ਨੇ ਉਹਨਾਂ ਨੂੰ ਕਿਹਾ ਸੀ ਕਿ ਤੁਸੀਂ ਨਿਚਲੀ ਅਦਾਲਤ ਯਾਨੀ ਕਿ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਜਾ ਕੇ ਆਪਣੀ ਜ਼ਮਾਨਤ ਦੀ ਅਰਜ਼ੀ ਲਾਓ।
ਪਰ ਇਸ ਦੌਰਾਨ ਉਹਨਾਂ ਨੇ 4 ਹਫ਼ਤਿਆਂ ਦੇ ਲਈ ਇਸ ਉੱਤੇ ਕਾਰਵਾਈ ਜਿਹੜੀ ਕਿ ਵਿਜੀਲੈਂਸ ਬਿਊਰੋ ਨੇ 5 ਜਨਵਰੀ ਨੂੰ ਇੱਕ FIR ਦਰਜ ਕੀਤੀ ਸੀ, ਉਸ ਉੱਤੇ ਕਾਰਵਾਈ ਰੋਕ ਦਿੱਤੀ ਸੀ। ਇਸ ਦੌਰਾਨ ਸੁਰਿੰਦਰਪਾਲ ਸਿੰਘ ਨੂੰ ਵੀ ਜ਼ਮਾਨਤ ਮਿਲ ਗਈ ਸੀ, ਅੰਤਰਿਮ ਜ਼ਮਾਨਤ। ਇਸੇ ਤਰ੍ਹਾਂ ਆਸ਼ਿਮਾ ਅਗਰਵਾਲ ਨੂੰ, ਇਹ ਸਾਰੇ PSIC ਦੇ ਅਧਿਕਾਰੀ ਨੇ, ਔਰ ਅੰਕੁਰ ਚੌਧਰੀ, ਇਹਨਾਂ ਸਾਰਿਆਂ ਤਿੰਨਾਂ ਨੂੰ ਜ਼ਮਾਨਤ ਮਿਲ ਗਈ ਸੀ। ਕੱਲ੍ਹ ਹੀ ਮਿਲ ਗਈ ਸੀ, ਬੀਤੇ ਕੱਲ੍ਹ। ਤੇ ਉਸ ਤੋਂ ਬਾਅਦ ਲੱਗਦਾ ਸੀ ਕਿ ਹੁਣ ਰਾਹ ਜਿਹੜਾ ਉਹ ਸੁੰਦਰ ਸ਼ਾਮ ਅਰੋੜਾ ਲਈ ਵੀ ਪੱਧਰਾ ਹੋ ਜਾਊਗਾ। ਵੈਸੇ ਮੈਂ ਤੁਹਾਨੂੰ ਇਹ ਦੱਸਦਾ ਕਿ ਦੋਨਾਂ ਕੇਸਾਂ ਦੇ ਵਿੱਚ ਚਲਾਨ ਆਲਰੇਡੀ ਪੇਸ਼ ਹੋ ਚੁੱਕੇ ਆ। ਜਿੰਨੀ ਉਹਨਾਂ ਤੋਂ ਪੁੱਛਗਿੱਛ ਕਰਨੀ ਸੀ ਲਗਭਗ ਹੋ ਚੁੱਕੀ ਆ। ਹੁਣ ਚਲਾਨ ਦੱਸਣਗੇ ਕਿ ਕਿਸ ਤਰ੍ਹਾਂ ਦੀ ਚਾਰਜ ਸ਼ੀਟ ਫਾਈਲ ਕੀਤੀ ਗਈ ਆ, ਕਿਹੜੇ ਦੋਸ਼ ਆ, ਕੀ ਇਹ ਸਾਰੇ ਅਦਾਲਤਾਂ ਦੇ ਵਿੱਚ ਸਾਬਿਤ ਹੋ ਸਕਣਗੇ। ਮਾਮਲਾ ਇਸ ਤੇ ਖੜਾ। ਸੁੰਦਰ ਸ਼ਾਮ ਅਰੋੜਾ ਦਾ ਮਾਮਲਾ ਤਾਂ ਤੁਸੀਂ ਸੁਣ ਲਿਆ, ਪਰ ਇਹਦੇ ਨਾਲ ਸੰਬੰਧਿਤ ਇਸ ਟਾਈਮ PSIEC, ਜਿਸ ਤਰ੍ਹਾਂ ਮੈਂ ਪਹਿਲਾਂ ਦੱਸਿਆ, ਪੰਜਾਬ ਸਮਾਲ ਇੰਡਸਟਰੀਜ਼ ਐਂਡ ਐਕਸਪੋਰਟ ਕਾਰਪੋਰੇਸ਼ਨ, ਉਹਨਾਂ ਦਾ ਜਿਹੜਾ ਪੇਚ ਆ ਉਹ ਫਸ ਗਿਆ ਕਿਸ ਨਾਲ ਜਾ ਕੇ? ਇਨਫੋਰਸਮੈਂਟ ਡਾਇਰੈਕਟੋਰੇਟ ਦੇ ਨਾਲ, ED ਦੇ ਨਾਲ। ਦਰਅਸਲ ਪਿਛਲੇ ਦਿਨਾਂ ਦੇ ਵਿੱਚ ਐਨਫੋਰਸਮੈਂਟ ਡਾਇਰੈਕਟੋਰੇਟ ਨੇ PSIEC ਤੋਂ ਉਹ तमाम ਫਾਈਲਾਂ ਮੰਗੀਆਂ ਸੀ, ਜਿਹਦੇ ਵਿੱਚ 25 ਏਕੜ ਦੇ ਪਲਾਟਸ ਜਿਹੜੇ ਸੀ ਉਹ ਇੱਕ ਪ੍ਰਾਈਵੇਟ ਕੰਪਨੀ ਨੂੰ ਦੇ ਦਿੱਤੇ ਗਏ, ਗੁਲਮੋਹਰ ਟਾਊਨਸ਼ਿਪ ਪ੍ਰਾਈਵੇਟ ਲਿਮਟਿਡ ਨੂੰ ਦੇ ਦਿੱਤੇ ਗਏ। ਉਹਨਾਂ ਨੇ ਕਿਹਾ ਕਿ ਸਾਨੂੰ ਸਾਰੀ ਫਾਈਲਸ ਦਿਓ, ਕੀ ਤੁਸੀਂ ਕੋਈ FIR ਦਰਜ ਕੀਤੀ ਆ, ਕੀ ਤੁਸੀਂ ਕੋਈ ਇਨਕੁਆਇਰੀ ਆਰਡਰ ਕੀਤੀ ਹੈ, ਜਾਂ ਇਨਕੁਆਇਰੀ ਇਸ ਮਾਮਲੇ ਦੇ ਵਿੱਚ ਤੁਸੀਂ ਕੋਈ ਕੀਤੀ ਵੀ ਹੈ ਜਾਂ ਨਹੀਂ ਕੀਤੀ। ਇਸ ਮੁਤਲਕ ਉਹਨਾਂ ਨੇ ਸਾਰੀਆਂ ਫਾਈਲਸ ਮੰਗੀਆਂ ਸੀ, ਪਰ ਪੰਜਾਬ ਇੰਡਸਟਰੀਜ਼ ਐਂਡ ਕਮਰਸ ਡਿਪਾਰਟਮੈਂਟ, ਇਹਨਾਂ ਦੇ ਪ੍ਰਿੰਸੀਪਲ ਸੈਕਟਰੀ ਨੇ ਦਲੀਪ ਕੁਮਾਰ, ਔਰ ਇਸੇ ਤਰ੍ਹਾਂ PSIEC ਦੇ ਮੈਨੇਜਿੰਗ ਡਾਇਰੈਕਟਰ ਨੇ ਕੁਮਾਰ ਅਮਿਤ, ਇਹਨਾਂ ਨੇ ਵਾਪਸ ਲਿਖਤਾ ਕਿ ਪੈਰਲਲ ਇਨਕੁਆਇਰੀ ਤਾਂ ਹੋ ਹੀ ਨਹੀਂ ਸਕਦੀ, ਇਸ ਦੀ ਇਨਕੁਆਇਰੀ ਤਾਂ ਪਹਿਲਾਂ ਹੀ ਵਿਜੀਲੈਂਸ ਬਿਊਰੋ ਕਰ ਰਿਹਾ, ਸੋ ਇਸ ਕਰਕੇ ਇਹਦੇ ਨਾਲ ਇਨਕੁਆਇਰੀ ਜਿਹੜੀ ਆ ਉਹ ਪ੍ਰਭਾਵਿਤ ਹੋਏਗੀ। ਇੱਕ ਪਾਸੇ ਬੜੀ ਹੈਰਾਨੀ ਹੁੰਦੀ ਆ, ਜਿਹੜਾ ਮੈਂ ਤੁਹਾਨੂੰ ਪਹਿਲਾਂ ਕੇਸ ਦੱਸ ਕੇ ਹਟਿਆ, PSIEC ਦੇ ਅਧਿਕਾਰੀ ਜਾਂਦੇ ਨੇ ਪੰਜਾਬ ਤੇ ਹਰਿਆਣਾ ਹਾਈ ਕੋਰਟ, ਫਿਰ ਜਾਂਦੇ ਨੇ ਸੁਪਰੀਮ ਕੋਰਟ, ਔਰ ਉੱਥੇ ਜਾ ਕੇ ਕਹਿੰਦੇ ਆ ਕਿ CBI ਨੂੰ ਇਨਕੁਆਇਰੀ ਦੇ ਦਿਓ, ਸਾਨੂੰ ਵਿਜੀਲੈਂਸ ਬਿਊਰੋ ਤੇ ਵਿਸ਼ਵਾਸ ਨਹੀਂ ਆ। ਦੂਸਰੇ ਪਾਸੇ ਜਦੋਂ ED ਨੂੰ, ਐਨਫੋਰਸਮੈਂਟ ਡਾਇਰੈਕਟੋਰੇਟ ਨੂੰ ਜਵਾਬ ਦੇਣਾ ਹੁੰਦਾ, ਉੱਥੇ ਕਹਿੰਦੇ ਸਾਡੀ ਤਾਂ ਇਨਕੁਆਇਰੀ ਪਹਿਲਾਂ ਵਿਜੀਲੈਂਸ ਬਿਊਰੋ ਕਰ ਹੀ ਰਹੀ ਆ, ਤੁਹਾਡੀ ਲੋੜ ਕੀ ਆ। ਇਹ ਬੜਾ ਹੈਰਾਨੀ ਦਾ ਮਾਮਲਾ, ਕਿੱਥੇ ਕਨਵੀਨੀਅੰਸ ਆਉਂਦੀ ਆ। ਤੁਸੀਂ ਇੱਥੇ ਇੱਕ ਚੀਜ਼ ਯਾਦ ਕਰੋ, ਇਹੀ ਸਾਰੇ ਅਧਿਕਾਰੀ IAS ਆਫੀਸਰ ਪਿਛਲੇ ਦਿਨਾਂ ਦੇ ਵਿੱਚ ਹੜਤਾਲ ਤੇ ਚਲੇ ਗਏ ਸੀ। ਇਹਨਾਂ ਨੇ ਆਪਣਾ ਇੱਕ ਗੁੱਟ ਬਣਾ ਲਿਆ ਸੀ, ਇਹਨਾਂ ਨੇ ਆਪਣੀ ਯੂਨੀਅਨ ਸੀ, ਔਰ ਤੁਹਾਨੂੰ ਯਾਦ ਹੋਣਾ ਜਦੋਂ ਮਿਸ ਨੀਲਿਮਾ IAS ਆਫੀਸਰ ਮੈਨੇਜਿੰਗ ਡਾਇਰੈਕਟਰ ਰਹੇ ਨੇ PSIEC ਦੇ, ਉਹਨਾਂ ਦੇ ਖਿਲਾਫ FIR ਦਰਜ ਹੋਈ ਸੀ, ਔਰ ਇਹ ਮਾਮਲਾ ਤੂਲ ਇਸ ਕਰਕੇ ਫੜ ਗਿਆ ਸੀ ਕਿਉਂਕਿ ਉਹਨਾਂ ਦੀ ਵੀ ਗ੍ਰਿਫਤਾਰੀ ਹੋ ਸਕਦੀ ਸੀ। ਉਦੋਂ ਸਾਰੇ ਇਕੱਠੇ ਹੋ ਗਏ, ਔਰ ਤੁਹਾਨੂੰ ਇਹ ਵੀ ਯਾਦ ਹੋਣਾ PCS ਅਧਿਕਾਰੀ ਉਹ ਵੀ ਛੁੱਟੀ ਤੇ ਚਲੇ ਗਏ ਸੀ, ਔਰ ਸਾਰਿਆਂ ਨੇ ਇੱਕ ਤਰ੍ਹਾਂ ਲੱਗਦਾ ਸੀ ਕਿ ਸਾਰਿਆਂ ਨੇ ਇੱਕ ਤਰ੍ਹਾਂ ਦਾ ਗੁੱਟ ਬਣਾ ਲਿਆ। ਉਸ ਵਕਤ ਕਹਿ ਰਹੇ ਸੀ ਕਿ ਵਿਜੀਲੈਂਸ ਬਿਊਰੋ ਦੀ ਜਿਹੜੀ ਇਨਕੁਆਇਰੀ ਆ ਉਹ ਤਾਂ ਬਿਲਕੁਲ ਗਲਤ ਆ, ਇਹ ਤਾਂ ਸਾਡੇ ਨਾਲ ਧੱਕਾ। ਪਰ ਹੁਣ ਇੱਥੇ ਜਾ ਕੇ ਇਹਨਾਂ ਨੂੰ ਵਿਜੀਲੈਂਸ ਬਿਊਰੋ ਦੀ ਇਨਕੁਆਇਰੀ ਠੀਕ ਲੱਗਦੀ ਆ। ਹੁਣ ਇਹਨਾਂ ਨੇ ਮਾਮਲਾ ਚੀਫ ਸੈਕਟਰੀ ਨੂੰ ਰੈਫਰ ਕਰਤਾ, VK ਜੰਜੂਆ ਨੂੰ। ਕੀ VK ਜੰਜੂਆ ਉਹ ਫਾਈਲਸ ਦੇਣਗੇ? ਵੈਸੇ ਮੈਂ ਤੁਹਾਨੂੰ ਇੱਕ ਚੀਜ਼ ਜ਼ਰੂਰ ਦੱਸਦਾ ਕਿ ਇਹ ਆਪਣੇ ਆਪ ਦੇ ਵਿੱਚ ਬੜੀ ਹਾਸੋਹੀਣ ਗੱਲ ਆ। ED ਜੇ ਇੱਥੋਂ ਸਿੱਧੀਆਂ ਫਾਈਲਸ ਨਹੀਂ ਦੇਊਗੀ ਪੰਜਾਬ ਦੀ ਇੰਡਸਟਰੀ ਔਰ ਕਮਰਸ ਡਿਪਾਰਟਮੈਂਟ ਜਾਂ PSIEC, ਤੇ ਫਾਈਲਸ ਤਾਂ ਉਹ ਜਾ ਕੇ ਕੋਰਟ ਦੇ ਦੁਆਰਾ ਜਾਂ ਉਹਨਾਂ ਦੇ ਹਵਾਲੇ ਦੇ ਨਾਲ ਇਹਨਾਂ ਤੋਂ ਲੈ ਹੀ ਸਕਦੇ ਆ ਆਖਿਰਕਾਰ। ਸੋ CBI ਕੋਰਟ ਦੇ ਵਿੱਚ ਜਾ ਕੇ ਸੈਂਟਰਲ ਏਜੰਸੀ ਨਹੀਂ ਰਹਿੰਦੀ, ਪਰ ਇੱਥੇ ED ਸੈਂਟਰਲ ਏਜੰਸੀ ਹੋ ਜਾਂਦੀ ਆ। ਸੋ ਇੱਥੋਂ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਹਰ ਚੀਜ਼ ਕਨਵੀਨੀਅੰਸ ਦੇ ਹਿਸਾਬ ਨਾਲ ਕੀਤੀ ਜਾਂਦੀ ਹੈ। ਭਾਰਤੀ ਜਨਤਾ ਪਾਰਟੀ ਨੇ ਆਖਿਰਕਾਰ ਆਪਣਾ ਜਲੰਧਰ ਲੋਕ ਸਭਾ ਬਾਈ ਇਲੈਕਸ਼ਨ ਦੇ ਲਈ, ਜਿਮਨੀ ਚੋਣ ਦੇ ਲਈ ਕੈਂਡੀਡੇਟ ਦਾ ਐਲਾਨ ਕਰ ਦਿੱਤਾ। ਜਿਸ ਤਰ੍ਹਾਂ ਕਿ ਕਿਆਸਰਾਈਆਂ ਲਾਈਆਂ ਜਾ ਰਹੀਆਂ ਸੀ ਕਿ ਇੰਦਰ ਇਕਬਾਲ ਸਿੰਘ ਅਟਵਾਲ, ਚਰਨਜੀਤ ਸਿੰਘ ਅਟਵਾਲ ਦੇ ਮੁੰਡੇ, ਸਾਬਕਾ ਸ਼੍ਰੋਮਣੀ ਅਕਾਲੀ ਦਲ ਦੇ MLA, ਉਹਨਾਂ ਨੇ ਭਾਰਤੀ ਜਨਤਾ ਪਾਰਟੀ ਜੁਆਇਨ ਕੀਤੀ ਸੀ, ਔਰ ਸਾਰਿਆਂ ਨੂੰ ਅੰਦਾਜ਼ਾ ਸੀ ਕਿ ਸ਼ਾਇਦ ਇਹਨਾਂ ਨੂੰ ਕੈਂਡੀਡੇਟ ਬਣਾਉਣਗੇ। ਪਰ ਵਿੱਚ ਜੇ ਥੋੜਾ ਜਿਹਾ ਰੌਲਾ ਪੈ ਗਿਆ ਸੀ ਕਿ ਕੀ ਭਾਰਤੀ ਜਨਤਾ ਪਾਰਟੀ ਵਾਕਿਆ ਉਹਨਾਂ ਨੂੰ ਟਿਕਟ ਦੇਗੀ ਜਾਂ ਨਹੀਂ ਦੇਗੀ। ਆਖਿਰਕਾਰ ਸੈਂਟਰਲ ਇਲੈਕਸ਼ਨ ਕਮੇਟੀ ਹੈ ਜਿਹੜੀ BJP ਦੀ, ਉਹਨਾਂ ਨੇ ਇਹ ਨਾਮ ਕਲੀਅਰ ਕਰ ਦਿੱਤਾ ਤੇ ਹੁਣ ਇੰਦਰ ਇਕਬਾਲ ਸਿੰਘ ਅਟਵਾਲ ਕੈਂਡੀਡੇਟ ਹੋਣਗੇ। ਲਗਭਗ ਸਾਰੀਆਂ ਪ੍ਰਿੰਸੀਪਲ ਪਾਰਟੀਆਂ, ਸਾਰੀਆਂ ਮੇਜਰ ਪੋਲੀਟੀਕਲ ਪਾਰਟੀਆਂ ਨੇ ਆਪਣੇ ਕੈਂਡੀਡੇਟ ਐਲਾਨ ਦਿੱਤੇ ਆ। ਆਪਾਂ ਨੂੰ ਪਤਾ ਕਿ ਕਿਸ ਤਰ੍ਹਾਂ ਚੌਧਰੀ ਸੰਤੋਖ ਸਿੰਘ, ਉਹਨਾਂ ਦੀ ਮੌਤ ਹੋ ਗਈ ਸੀ,
जनवरी के महीने दे विच ते उन्हां दी पत्नी करमजीत कौर नूं इत्थों दा कैंਡੀਡੇਟ कांग्रेस ने पहला ही ऐलानता सी, पहला ही उन्होंने दसता कि ये साडे कैंਡੀਡੇਟ होणगे। इस तो बाद कांग्रेस दे विचों सुशील कुमार रिंकू नूं अपने वाल प्रभावित करके आम आदमी पार्टी ने, वो भी साबका MLA ने, उन्होंने अपने वाल लैके गए तो फिर उन्होंने जलंधर बाई इलैक्शन का कैंਡੀਡੇਟ ऐलानिया गया। इस तो अलावा तुसीं ये भी याद करो कि डॉक्टर सुखविंदर कुमार सुखी ये बंगा के MLA ने, 2 वारी के MLA ने। श्रोमणी अकाली दल नूं भी जो कोई कैंਡੀਡੇਟ ना मिलिया तो उन्होंने फिर डॉक्टर सुखविंदर कुमार सुखी नूं कहा कि तुसीं कैंਡੀਡੇਟ बनो। इस तो अलावा आपां नूं ये भी पता कि श्रोमणी अकाली दल अमृतसर सिमरनजीत सिंह मान की पार्टी उन्होंने भी पिछले दिनों के अपने कैंਡੀਡੇਟ का ऐलान कर दिता। गुरजंट सिंह कुट्टू उन्होंने कैंਡੀਡੇਟ का ऐलान आ और कहते असीं बड़े सीरीयस होकर ये लड़ाई लड़ांगे। जलंधर कॉन्स्टिट्यूएंसी दे 9 सैगमेंट ने और इन्हां 9 सैगमेंट दे 9 सैगमेंट मतलब अलग अलग जिहड़े असैंबली हलके ने, विधान सभा के हलके ने, उन्हां दे विचों इस टाइम 5 विधान सभा दीयां सीटां कांग्रेस कोले आ ते 4 विधान सभा दीयां सीटां आम आदमी पार्टी कोले आ। और ये विचों तुसीं देखो 4 हलके वो ने जिहड़े कि रिजर्व ने। वैसे तो जिहड़ी जलंधर लोक सभा वो अपने आप दे विच एक रिजर्व हलका, सो इस करके सारिਆਂ ਨੂੰ ਜਿਹੜੇ कैंਡੀਡੇਟ सी बड़े ध्यान ਨਾਲ ਲੱਭਣੇ पै रहे सी। ਇੱਥੇ मैं ਤੁਹਾਨੂੰ ਇਹ ਵੀ ਦੱਸਦਾ कि ਇੱਥੇ ਕਾਂਗਰਸ ਜਿਹੜੀ ਆ, क्योंकि ਉਹਨਾਂ ਦੇ 5 MLA ਨੇ, ਹਾਲਾਂकि टोटल ਜਦੋਂ सन 2022 ਦੀਆਂ ਚੋਣਾਂ ਹੋਈਆਂ ਸੀ केवल 18 सीटां आईयां सी, पर जलंधर ਦੇ ਵਿੱਚ ਉਹਨਾਂ ਦੀ ਡੋਮੀਨੈਂਸ है। और जलंधर भी अमूमन तौर पर जे तुसीं 1952 तो लैके सन 2019 ਦੇ ਵਿੱਚ देखो तो 5 वारी इत्थों कांग्रेस पार्टी के ही MP चुने गए ने ते 2 वारी श्रोमणी अकाली दल दे ते उस तो अलावा जनता दल दे। तुसीं देखो इत्थों ही भारत के प्रधानमंत्री रहे इंदर कुमार गुजराल भी 2 वारी जिते ने, पर वो जिते किस करके ने, क्योंकि श्रोमणी अकाली दल ने उन्होंने अपना समर्थन दिता सी, हालांकि वो है जनता दल दे विच सी। सो ये सारा जिहड़ा दारोमदार है इस टाइम जिहड़ी कॉन्स्टिट्यूएंसी की बनतर आ वो थोड़ी इस तरह की है कि कांग्रेस नूं फेवर करती हुई नज़र आ रही है। इत्थों ही चौधरी संतोख सिंह 2 वारी चोण जिते ने और इत्थों जिस तरह मैं पहला भी दस्सिया कि इंदर कुमार गुजराल भी इत्थों 2 वारी जित चुके ने। की हुण ये नवां जिहड़ा इस टाइम समीकरण बदले ने, आम आदमी पार्टी 92 सीटां लैके आई है और आम आदमी पार्टी इस तो पहला संगरूर की बाईपोल या जिमनी चोण हार भी चुकी है। संगरूर की जिमनी चोण जिहड़ी हारनी वो आम आदमी पार्टी लई बहुत वड्डी नमोशी का कारण इस करके भी सी कि क्योंकि संगरूर तो भगवंत मान 2 वारी MP लगातार रह चुके हैं। सो इस करके स्टेक सारिਆਂ ਦੇ बहुत वड्डे ने। कैंਡੀਡੇਟਸ मैदान ਦੇ ਵਿੱਚ आ गए ने, नॉमिनेशन फाइल होणियां शुरू हो गई ने, पर की इस दे विच कोई होर पार्टी बाजी मार सकती है? पर जे रूलिंग पार्टी पंजाब की ये चोण एक बारी फिर हार जाती है संगरूर तो बाद, तो मैनू लगता फिर बहुत सारे सवाल इन्हां ते भी उठन लग जाणगे। बठिंडा मिलिट्री स्टेशन, बठिंडा मिलिट्री स्टेशन लगातार खबरां दे विच बनिया होया और बहुत गलत कारणों करके बनिया, क्योंकि 12 अप्रैल नूं बुधवार की सवेर नूं तड़के जिस तरह मैं पहला भी दस्सिया 4:35 ते 4 जवानों की मौत हो जाती है बड़े भेद भरे हालातों के विच, उन्हां ते गोलियां दे निशान हुंदे ने। लेकिन ऐन 12 घंटे बाद शाम नूं 4:30 बजे एक होर जवान उहदी भी मौत हो जाती है। अज तक हुण जो पता लग रहा, जो तहकीकात हो रही है, तो 5 मौतां हो चुकियां। हालांकि उथों दे अफसरां दा कहना या जिहड़ी बठिंडा की पुलिस जिहड़ी इस दी तहकीकात कर रही है या इसकी तफ्तीश कर रही है, वो कह रही है कि जिहड़े 4 फौजी पहला मरे सी या जिहड़े जवान जिन्हां दी मौत हुई सी उहदा इस दे नाल कोई लेना देना नहीं है। मैं थोड़ा जिहा दसदा कि जिहदी शाम नूं मौत हुई आ उहदा नाम है लघु राज शंकर। हुण जिहड़ा लघु राज शंकर आ वो एक सेंटरी की नौकरी कर रहा सी और अपनी उहदा कोल वैपन अपना हथियार उहदे कोले मौजूद सी, ये भी दस्सिया जा रहा। हुण उहने आ जिहड़े सवेरे जिस तरह मौतां हुईयां गोली लगन करके और इंसाज राइफल गायब सी, ये भी आपां नूं पता लग्या। 28 कारतूस जिहड़े सी वो भी गायब सी और घटना तो बाद उत्थे खाली खोल भी मिले। इस तरह दीयां गल्लां भी सामने आ रही ने।
ਇਹ ਵੀ ਪਤਾ ਲੱਗਾ ਕਿ ਜਿਹੜੀ FIR ਦਰਜ ਕਰਵਾਈ ਗਈ ਹੈ, FIR ਦੇ ਵਿੱਚ 2 ਅਣਪਛਾਤੇ ਵਿਅਕਤੀ, ਕੁਝ ਵਿਅਕਤੀਆਂ ਨੇ ਉਹਨਾਂ ਨੂੰ ਦੇਖਿਆ ਵੀ ਆ, ਔਰ ਇਹ ਵੀ ਪਤਾ ਲੱਗਾ ਕਿ ਉਹ ਜੰਗਲ ਆ, ਉੱਥੇ ਉਹ ਜੰਗਲ ਵੱਲ ਨੂੰ ਭੱਜ ਗਏ। ਪਰ ਇਹ ਸਾਰਾ ਕੁਝ ਜੋ ਭੇਦ ਭਰੇ ਹਾਲਾਤਾਂ ਦੇ ਵਿੱਚ ਹੋ ਰਿਹਾ, ਬਹੁਤ ਹੈਰਾਨ ਇਸ ਕਰਕੇ ਕਰਦਾ। ਹਾਲਾਂਕਿ ਦੇਖੋ, ਜਿਹੜੇ ਅਫਸਰ ਨੇ ਜਾਂ ਜਿਹੜੇ ਉਹਨਾਂ ਦੇ ਆਫੀਸ਼ੀਅਲ ਸਪੋਕਸਪਰਸਨਸ ਨੇ, ਚਾਹੇ ਉਹ ਆਰਮੀ ਦੇ ਹੋਣ ਤੇ ਚਾਹੇ ਪੁਲਿਸ ਦੇ ਹੋਣ, ਉਹਨਾਂ ਦਾ ਕਹਿਣਾ ਕਿ ਇਹ ਕੋਈ ਟੈਰਰ ਅਟੈਕ ਨਹੀਂ ਹੈ, ਕਿਸੇ ਤਰ੍ਹਾਂ ਦਾ ਕੋਈ ਅੱਤਵਾਦੀ ਅਟੈਕ ਨਹੀਂ ਹੈ। ਇਸੇ ਤਰ੍ਹਾਂ ਉਹਨਾਂ ਨੇ ਇਹ ਵੀ ਕਿਹਾ ਕਿ ਇਹ ਫਰੈਟਰਸਾਈਡ ਨਹੀਂ ਆ। ਇੱਕ ਹੋਰ ਗੱਲ ਆ ਰਹੀ ਹੈ ਕਿ ਜਿਹੜਾ ਸ਼ਾਮ ਨੂੰ ਜਿਹੜੇ ਜਵਾਨ ਦੀ ਮੌਤ ਹੁੰਦੀ ਆ, ਉਹਦੇ ਬਾਰੇ ਇਹ ਵੀ ਕਿਹਾ ਜਾ ਰਿਹਾ ਕਿ ਉਹਦਾ ਵੈਪਨ ਉਹਦੀ ਬਾਡੀ ਦੇ ਕੋਲ ਹੀ ਮਿਲਿਆ। ਕੀ ਉਹਨੇ ਸੁਸਾਈਡ ਕੀਤੀ ਸੀ, ਕੀ ਇਹ ਇੱਕ ਐਕਸੀਡੈਂਟਲ ਫਾਇਰ ਸੀ, ਇਹਦੀ ਵੀ ਤਹਿਕੀਕਾਤ ਹੋਣੀ ਆ। ਪਰ ਕੰਟੋਨਮੈਂਟ ਦੇ ਅੰਦਰ 5 ਜਵਾਨਾਂ ਦੀ ਮੌਤ ਹੋ ਜਾਣੀ, ਇਹ ਆਪਣੇ ਆਪ ਦੇ ਵਿੱਚ ਬਹੁਤ ਹੈਰਾਨ ਕਰਨ ਵਾਲੀ ਗੱਲ ਆ, ਕਿਉਂਕਿ ਕੰਟੋਨਮੈਂਟ ਸਭ ਤੋਂ ਸਿਕਿਉਰ ਤੇ ਸੁਰੱਖਿਅਤ ਜਿਹੜਾ ਉਹ ਏਰੀਆ ਮੰਨਿਆ ਜਾਂਦਾ ਹੈ। ਮੌਲਾਨਾ ਅਬੁਲ ਕਲਾਮ ਆਜ਼ਾਦ ਭਾਰਤ ਦੇ ਪਹਿਲੇ ਸਿੱਖਿਆ ਮੰਤਰੀ, ਬੜਾ ਨਾਮ ਆ ਉਹਨਾਂ ਦਾ, ਪਰ ਉਹਨਾਂ ਦਾ ਨਾਂ ਹੁਣ NCERT ਦੀਆਂ ਕਿਤਾਬਾਂ ਦੇ ਵਿੱਚੋਂ ਗਾਇਬ ਕੀਤਾ ਜਾ ਰਿਹਾ। ਨੈਸ਼ਨਲ ਕਾਉਂਸਲ ਫॉर ਰਿਸਰਚ ਐਜੂਕੇਸ਼ਨ ਐਂਡ ਟ੍ਰੇਨਿੰਗ, ਇਹ ਕਿਤਾਬਾਂ ਨੇ NCERT ਦੀਆਂ 11ਵੀਂ ਕਲਾਸ ਦੀਆਂ ਕਿਤਾਬਾਂ ਨੇ, ਔਰ ਪੋਲੀਟੀਕਲ ਸਾਇੰਸ ਦੀਆਂ ਕਿਤਾਬਾਂ ਦੇ ਵਿੱਚੋਂ ਉਹਨਾਂ ਦਾ ਨਾਮ ਉਹ ਕਿਸ ਤਰ੍ਹਾਂ ਗਾਇਬ ਕੀਤਾ ਜਾ ਰਿਹਾ। ਤੁਹਾਨੂੰ ਯਾਦ ਹੋਣਾ, ਕੌਂਸਟੀਟਿਊਂਟ ਅਸੈਂਬਲੀ ਬਣੀ ਸੀ ਔਰ ਉਹਦੀਆਂ ਅੱਗੇ 8 ਕਮੇਟੀਆਂ ਸੀ ਬੜੀਆਂ ਇੰਪੋਰਟੈਂਟ, ਔਰ ਉਹ 8 ਕਮੇਟੀਆਂ ਦੀਆਂ ਮੀਟਿੰਗਾਂ ਬਹੁਤ ਪ੍ਰੋਮੀਨੈਂਟ ਸਾਰੇ ਵਿਅਕਤੀ ਜਿਹੜੇ ਉਸ ਵਕਤ ਕੌਂਸਟੀਟਿਊਸ਼ਨ, ਸਾਡੇ ਸੰਵਿਧਾਨ ਜਦੋਂ ਲਿਖਿਆ ਜਾ ਰਿਹਾ ਸੀ, ਡਰਾਫਟ ਤਿਆਰ ਹੋਇਆ ਸੀ, ਉਹਦੇ ਵਿੱਚ ਸ਼ਮੂਲੀਅਤ ਸੀ ਉਹਨਾਂ ਦੀ, ਉਹਦੇ ਵਿੱਚ ਉਹ ਸ਼ਾਮਿਲ ਸੀ। ਉਹਦੇ ਵਿੱਚੋਂ ਚਾਹੇ ਜਵਾਹਰ ਲਾਲ ਨਹਿਰੂ ਹੋਣ, ਚਾਹੇ ਡਾਕਟਰ ਰਾਜਿੰਦਰ ਪ੍ਰਸਾਦ ਹੋਣ, ਚਾਹੇ ਵੱਲਭ ਭਾਈ ਪਟੇਲ ਹੋਣ, ਤੇ ਚਾਹੇ ਡਾਕਟਰ BR ਅੰਬੇਦਕਰ ਹੋਣ, ਤੇ ਚਾਹੇ ਮੌਲਾਨਾ ਅਬੁਲ ਕਲਾਮ ਆਜ਼ਾਦ ਹੋਣ, ਇਹਨਾਂ ਦੇ ਸਾਰਿਆਂ ਦੇ ਨਾਮ ਆਉਂਦੇ ਸੀ। ਹੁਣ ਜਿਹੜੀ ਅਗਲੀ ਕਿਤਾਬ ਆਈ ਆ, ਉਹਦੇ ਵਿੱਚ ਮੌਲਾਨਾ ਅਬੁਲ ਕਲਾਮ ਆਜ਼ਾਦ ਦਾ ਨਾਮ ਹੀ ਨਹੀਂ ਆ ਕਿ ਉਹ ਵੀ ਇਸ ਪੈਨਲ ਦਾ, ਇਸ ਕੌਂਸਟੀਟਿਊਂਟ ਅਸੈਂਬਲੀ ਦਾ ਹਿੱਸਾ ਸੀ। ਇਹ ਆਪਣੇ ਆਪ ਦੇ ਵਿੱਚ ਬਹੁਤ ਹੈਰਾਨ ਕਰਨ ਵਾਲੀ ਗੱਲ ਆ। ਦੂਸਰਾ, ਤੁਸੀਂ ਦੇਖੋ ਕਿ ਇਹ ਜਿਹੜੀਆਂ ਕੋਸ਼ਿਸ਼ਾਂ ਕੋਈ ਪਹਿਲੀ ਵਾਰੀ ਸ਼ੁਰੂ ਨਹੀਂ ਹੋਈਆਂ, ਇਸ ਤਰ੍ਹਾਂ ਦੀਆਂ ਕੋਸ਼ਿਸ਼ਾਂ ਪਿਛਲੇ ਸਾਲ ਵੀ ਸ਼ੁਰੂ ਹੋਈਆਂ ਸੀ। ਇੱਕ ਫੈਲੋਸ਼ਿਪ ਸ਼ੁਰੂ ਕੀਤੀ ਗਈ ਸੀ, ਫੈਲੋਸ਼ਿਪ ਸ਼ੁਰੂ ਕੀਤੀ ਗਈ ਸੀ ਮਿਨਿਸਟਰੀ ਆਫ ਮਾਈਨੋਰਿਟੀ ਅਫੇਅਰਸ ਤੋਂ ਸਨ 2009 ਦੇ ਵਿੱਚ, ਤਾਂ ਕਿ ਸਟੂਡੈਂਟਸ ਜਿਹੜੇ ਇੰਟਰਸਟਿਡ ਨੇ ਮਾਈਨੋਰਿਟੀ ਕਮਿਊਨਿਟੀਜ਼ ਤੋਂ, ਉਹ MPhil ਕਰ ਸਕਣ ਫ੍ਰੀ ਆਫ ਕਾਸਟ, ਕਿਸੇ ਤਰ੍ਹਾਂ ਦਾ ਉਹਨਾਂ ਨੂੰ ਪੈਸਾ ਨਾ ਦੇਣਾ ਪਵੇ, ਤੇ PhD ਕਰ ਸਕਣ, ਡਾਕਟਰੇਟ ਕਰ ਸਕਣ। ਇਹਨਾਂ ਦੇ ਵਿੱਚ ਬੁੱਧਿਸਟ ਸੀ, ਕ੍ਰਿਸਚੀਅਨ ਸੀ, ਮੁਸਲਿਮ ਸੀ, ਪਾਰਸੀ ਸੀ, ਤੇ ਸਿੱਖ ਭਾਈਚਾਰੇ ਦੇ ਇਹ ਸਾਰੇ ਜਿਹੜੇ ਸਟੂਡੈਂਟ ਸੀ ਉਹ ਕਰ ਸਕਦੇ ਸੀ। ਇਸ ਨੂੰ ਬਿਲਕੁਲ ਖਤਮ ਕਰ ਦਿੱਤਾ ਗਿਆ। ਸੋ ਇਹ ਸਾਰੀਆਂ ਚੀਜ਼ਾਂ ਹੁਣ ਜਿਹੜੇ ਹਿਸਟੋਰੀਅਨਸ ਨੇ, ਇਤਿਹਾਸਕਾਰ ਨੇ, ਉਹਨਾਂ ਨੇ ਇਸ ਉੱਤੇ ਬਹੁਤ ਸਾਰੇ ਸਵਾਲ ਖੜੇ ਕੀਤੇ ਨੇ ਕਿ ਇਹ ਕਿਉਂ ਕੀਤਾ ਜਾ ਰਿਹਾ। ਤੁਸੀਂ ਕਿਤਾਬਾਂ ਦੇ ਵਿੱਚੋਂ, ਸਕੂਲੀ ਕਿਤਾਬਾਂ ਦੇ ਵਿੱਚੋਂ ਇਤਿਹਾਸ ਤਾਂ ਕੱਢ ਦੋਗੇ, ਪਰ ਲੋਕਾਂ ਦੇ ਜ਼ਿਹਨ ਦੇ ਵਿੱਚੋਂ ਜਾਂ ਦੁਨੀਆ ਭਰ ਦੇ ਵਿੱਚ ਜੋ ਇਤਿਹਾਸ ਪਿਆ ਹੋਇਆ, ਕਿ ਉੱਥੋਂ ਵੀ ਤੁਸੀਂ ਖਤਮ ਕਰ ਦੋਗੇ। ਇਹ ਆਪਣੇ ਆਪ ਦੇ ਵਿੱਚ ਬਹੁਤ ਸਾਰੇ ਸਵਾਲ ਪੈਦਾ ਕਰਦਾ। ਤੁਸੀਂ ਦੇਖ ਰਹੇ ਸੀ ਕਨੈਕਟ ਸ਼ੀਸ਼ਾ, ਮੈਂ ਮਨਪ੍ਰੀਤ ਰੰਧਾਵਾ।